ਜਿਹਨੂੰ ਕਿਤੇ ਵੀ ਹੋਰ ਨੌਕਰੀ ਵਗੈਰਾ ਨਹੀਂ ਮਿਲਦੀ, ਵਿਹਲਾ ਫਿਰਦਾ, ਉਹ ਜਾ ਕੇ ਫਿਰ 4 ਅੱਖਰ ਸਿੱਖ ਕੇ ਗੁਰਦੁਆਰੇ ਦਾ ਗ੍ਰੰਥੀ ਲੱਗ ਜਾਂਦਾ ਹੈ। ਕੋਈ ਚੋਰੀ ਕਰਦਾ ਪਕੜਿਆ ਗਿਆ, ਉਹਨੂੰ ਗੁਰਦੁਆਰੇ 'ਚੋਂ ਕੱਢ ਦਿੱਤਾ ਗਿਆ। ਮੰਨ ਲੈਨੇ ਜੀ ਤੁਹਾਡੀ ਗੱਲ, ਪਰ ਜਿਹੜੇ ਪ੍ਰਬੰਧਕ ਨੇ, ਜਿਹੜੇ ਪ੍ਰਧਾਨ ਨੇ, ਉਹ ਗੋਲਕ ਕਿੱਥੇ ਲੈ ਕੇ ਜਾਂਦੇ ਨੇ? ਉਹ ਸਾਰੀ ਉਹ ਹੜੱਪ ਕਰ ਜਾਂਦੇ ਨੇ ਗੋਲਕ, ਤੇ ਉਹਨਾਂ ਨੂੰ ਗੁਰਦੁਆਰੇ 'ਚੋਂ ਕੌਣ ਕੱਢੂਗਾ? ਸਭਰਾ ਪਿੰਡ ਹੈ ਤਰਨਤਾਰਨ ਦੇ ਲਾਗੇ, ਉੱਥੇ ਮੈਂ ਆਪ ਘੁੰਮ ਕੇ ਫਿਰ ਕੇ ਵੇਖ ਕੇ ਆਇਆ। ਉੱਥੇ ਪਿੰਡ ਦੇ ਵਿੱਚ 11 ਗੁਰਦੁਆਰੇ ਬਣੇ ਹੋਏ ਨੇ। ਸਾਰੇ ਪਿੰਡ ਦੇ ਸਪੀਕਰਾਂ ਦੇ ਨਾਲ ਕੰਨ ਪਾੜਦੇ ਨੇ ਲੋਕ, ਸਵੇਰੇ ਉਹ ਲਾ ਕੇ ਸਪੀਕਰ। ਇੰਨੇ ਗੁਰਦੁਆਰੇ ਹੋ ਗਏ ਨੇ ਤੇ ਇਹਨਾਂ ਨੇ ਫੇਲ ਹੋਣੀ ਹੋਣਾ। ਲੋਕ ਅੱਕੇ ਪਏ ਨੇ ਕਿ ਕਿੱਥੇ ਕਿੱਥੇ ਮੱਥਾ ਟੇਕੀਏ, ਕਿੱਥੇ ਕਿ ਚੜਾਈਏ। ਹੁਣ ਤਾਂ ਹਾਲਤ ਇਹ ਹੈ, ਗੁਰਦੁਆਰੇ ਦੇ ਨਾਮ ਤੇ ਕਮੇਟੀਆਂ ਵਾਲੇ ਘਰ ਘਰ ਮੰਗਤੇ ਬਣੇ ਫਿਰਦੇ ਨੇ। ਉਹ ਕਹਿੰਦੇ ਇਹ ਨੇ ਅਸੀਂ ਤਾਂ ਉਗਰਾਹੀ ਕਰਦੇ ਹਾਂ। ਉਗਰਾਹੀ ਨਹੀਂ ਹੈ, ਇਹ ਰੂਪ ਬਦਲ ਕੇ ਭੀਖ ਮੰਗਣ ਦਾ ਇੱਕ ਢੰਗ ਹੈ। ਜੇ ਆਪ ਗੁਰਦੁਆਰੇ ਜਾਂਦੇ ਆ ਤਾਂ 2 ਰੁਪਈਏ 5 ਰੁਪਈਏ ਗੋਲਕ 'ਚ ਪਾਉਂਦੇ ਆ, ਤੇ ਜੇ ਉਹ ਕਮੇਟੀ ਇਕੱਠੀ ਹੋ ਕੇ ਆ ਗਈ ਫਿਰ 500 ਰੁਪਈਆ 1100 ਰੁਪਈਆ ਦੇਣਾ ਪੈ ਜਾਂਦਾ। ਇਹ ਭਿਖਾਰੀ ਸਾਨੂੰ ਲੁੱਟਣ ਵਾਸਤੇ ਘਰ ਘਰ ਵੀ ਤੁਰੇ ਫਿਰਦੇ ਨੇ। ਬਚੋ ਇਹਨਾਂ ਤੋਂ। ਗੁਰੂ ਨੂੰ ਬਦਨਾਮ ਨਾ ਕਰੋ, ਗੁਰਦੁਆਰੇ ਨੂੰ ਬਦਨਾਮ ਨਾ ਕਰੋ। ਇਹ ਸੰਖਮਰਮਰ ਲਾਈ ਜਾਣਾ ਇਮਾਰਤਾਂ ਤੇ, ਇਹ ਸਾਡਾ ਪੈਸਾ ਬਰਬਾਦ ਨਾ ਕਰੋ। ਇਹ ਗੁਰਦੁਆਰੇ ਬਣਾਉਣ ਵਾਲੇ ਤਾਂ ਦਰ ਦੀ ਭੀਖ ਮੰਗ ਕੇ ਬਣਾਉਂਦੇ ਨੇ, ਨੰਬਰ 1। ਦੂਜਾ, ਜੇ ਇੰਨੀ ਮਹਿੰਗੀ ਬਿਲਡਿੰਗ ਬਣਾ ਲਈ ਹੈ, ਉਹਦੀ ਆਊਟਪੁੱਟ ਵੇਖਣੀ ਹੈ ਕਿ ਉਹਦੇ 'ਚੋਂ ਸਾਨੂੰ ਮਿਲਿਆ ਕੀ ਹੈ। ਸਾਨੂੰ ਤਾਂ ਆਪਣੇ ਪੰਜਾਬ ਦੇ ਵਿੱਚ ਵੀ ਸਿੱਖੀ ਨਹੀਂ ਸੰਭਾਲਣੀ ਆਈ, ਇੱਥੇ ਵੀ ਵਧੀਆ ਪ੍ਰਚਾਰ ਨਹੀਂ ਕਰ ਸਕੇ, ਇੱਥੇ ਵੀ ਡਾਂਗੋ ਡਾਂਗੀ ਹੋ ਰਹੇ ਹਾਂ, ਇਲਜ਼ਾਮ ਤਰਾਸ਼ੀਆਂ ਕਰ ਰਹੇ ਹਾਂ। ਮੈਂ ਪਹਿਲਾਂ ਵੀ ਆਖਿਆ ਕਿ ਸ਼੍ਰੋਮਣੀ ਕਮੇਟੀ ਦਾ ਜਲੂਸ ਨਿਕਲ ਗਿਆ ਹੋਇਆ, ਅਕਾਲੀ ਦਲ ਦਾ ਜਲੂਸ ਨਿਕਲ ਗਿਆ ਹੋਇਆ, ਤੇ ਹੋਰ ਗੁਰਦੁਆਰਿਆਂ ਦਾ ਜਲੂਸ ਵੀ ਨਿਕਲ ਜਾਣਾ। ਗੁਰੂ ਸਾਹਿਬ ਨੇ ਨਗਰ ਕੀਰਤਨ ਕੱਢਣ ਦੀ ਕੋਈ ਪਰੰਪਰਾ ਨਹੀਂ ਤੋਰੀ, ਕੇਵਲ ਝੂਠ ਹੈ। ਇਹ ਕੁਫਰ ਤੋਲਿਆ ਜਾ ਰਿਹਾ ਹੈ। ਗੁਰਦੁਆਰਿਆਂ ਦੇ ਵਿੱਚ ਕਿੰਨੀਆਂ ਗਲਤ ਚੀਜ਼ਾਂ ਦੀ ਪੂਜਾ ਹੋ ਰਹੀ ਹੈ, ਗਲਤ ਅਰਦਾਸਾਂ ਹੋ ਰਹੀਆਂ ਨੇ, ਕਿੰਨੇ ਗਲਤ ਕਿਸਮ ਦੀਆਂ ਪਾਠਾਂ ਦੀਆਂ ਲੜੀਆਂ ਜਿਹੜੀਆਂ ਕਿ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ। ਜੇ ਅਖੰਡ ਪਾਠਾਂ ਦੀ ਆਊਟਪੁੱਟ ਅੱਜ ਤੱਕ ਕੀ ਹੈ, ਕਦੀ ਦੱਸ ਤਾਂ ਦਿਓ ਸਾਨੂੰ, ਨਿਕਲਿਆ ਕੀ ਹੈ? ਸਿੱਖ ਅਗਿਆਨਤਾ ਦੇ ਵਿੱਚ ਗਰਕੇ ਪਏ ਨੇ। ਸਤਿ ਸ਼੍ਰੀ ਅਕਾਲ, ਪੁਆਧ ਵੈਬ ਟੀਵੀ ਦੇਖ ਰਹੇ ਹੋ ਥਮੇ। ਮੈਂ ਧਨਵੰਤ ਸਿੰਘ ਘੁਮਾਣ। ਅੱਜ ਫੇਰ ਹਮੇ ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ की गैल एक होर नवी वीडियो लेकर हाजिर हाँ। जिस तरह कि तुहानूं पता है, प्रोफैसर साहब गुरबाणी नूं लेकर, सिख धर्म नूं लेकर नवे विचार पेश करा तो अज एक बहुत अलग जिहा विशा लेकर असीं पेश होए हाँ, क्योंकि जो एक समस्या भी बनी हुई आ, जिहड़े गुरुद्वारा साहिबाना के विच ग्रंथी आ, उन्हां के गल किस तरह धक्का हुआ, उन्होंने किस तरह ला लो, एक कह लीए कि शोषण हुआ ना गा आम पिंडां के गुरुद्वारियां के विच। क्योंकि देखा जा कि गुरुद्वारियां के विच 4 महीने 5 महीने एक जिहड़ा पाठ करने वाला पाठी सिंह आ, ग्रंथी सिंह आ, वो रहा। उस तो बाद उहनूं बदला दिया जा, उपर के इल्ज़ाम लाए जहाँ इन्हें चोरी कर ली जी, इन्हें जी गुरुद्वारा साहिब के रमाले बेचते, इसने जी जो गुरुद्वारा साहिब में आटा बेचता। कारण के आ कि उसके गैर धक्का किस तरह का धक्का हुआ, आर्थिक शोषण किस तरह हुआ, उन्होंने सारे विषय पर अज गलबात करांगे। सो मेरे गल प्रोफैसर साहब मौजूद हैं। प्रोफैसर साहब का स्वागत कर ली, फिर करिए गलबात। प्रोफैसर साहब सत श्री अकाल। सत श्री अकाल जी सारे जी। प्रोफैसर साहब गुरुद्वारियां के विच आम पिंडां के विच जिहड़े गुरुद्वारे बनाए हुए हैं, उन्हां के विच देखा जा कि दूजे तीजे दिन ज्ञानी बदलते हाँ। ज्ञानी तो भाव कि भाई जी कहते हाँ, किते किते ग्रंथी सिंह कहते हाँ भी बदलते हाँ। जो कहका भी जो तो भी रमाले बेचदा फड़िया गया, जो तो बई आटा बेचदा फड़िया गया, जबकि जो नहीं सोचा जाता कि गुरुद्वारा साहिब का जिहड़ा ग्रंथी आ, उसकी बेचारे की ड्यूटी तो हैगी आ तड़की 3 बजे उठना हर रोज़, मींह नेरी झक्खड़ जो मर्जी आ। फौजी बार्डर पर फौजी वर्गी ड्यूटी आ उसकी सख्त, भी उन्हें हर रोज़ उठना ही उठना किसी भी हालात में, और उन्हें गुरबाणी पढ़नी आ। ठीक है, पर गल के उसके बाद उसकी जिहड़ी तनख्वाह की गल आ, तो तनख्वाह के दे रहे 5000 रुपया 6000 रुपया, उसके गैर उसका पूरा नहीं पढ़ता। फिर बेचारा किते ना किते ज्ञानी है जिहड़ा, या फिर भाई जी आ, वो अपने घर के खर्चे चलाने के मारे गुरुद्वारे साहिब में चोरियां करा, चाहे कह लो भी रमाले बेचा, चाहे की बेच रहा, के विचार थारे इसके बारे में? इत्थे जी पहली गल तो यह है कि ग्रंथी सिंह ਜਾਂ ਪਾਠੀ ਸਿੰਘ ਰੱਖਣ ਵਾਸਤੇ, ਕੀਰਤਨੀਆਂ ਰੱਖਣ ਵਾਸਤੇ ਕੋਈ ਯੋਗਤਾ ਨਿਰਧਾਰਿਤ ਨਹੀਂ ਕੀਤੀ ਗਈ ਕਿ ਉਹ ਪੜ੍ਹਿਆ ਲਿਖਿਆ ਕਿੰਨਾ ਹੈ। ਤੇ ਜਦੋਂ ਉਹਦੀ ਯੋਗਤਾ ਪੜ੍ਹਾਈ ਲਿਖਾਈ ਵਾਲੀ ਨਹੀਂ ਹੈ ਤਾਂ ਫਿਰ ਉਹ ਇਉਂ ਕਹਿੰਦੇ ਨੇ ਵੀ ਜਦੋਂ ਜਾਣਦਾ ਕੁਝ ਨਹੀਂ ਅਸੀਂ ਨੂੰ ਤਨਖਾਹ ਕਾਹਦੀ ਦਈਏ। ਫਿਰ ਉਹ ਭਲੇ ਲੋਕੋ, ਜੇ ਇਹ ਜਾਣਦਾ ਕੁਝ ਨਹੀਂ, ਘੱਟ ਪੜ੍ਹਿਆ ਲਿਖਿਆ ਹੈ, ਤਾਂ ਫਿਰ ਗੁਰਦੁਆਰਾ ਜਿਹਨੂੰ ਪਵਿੱਤਰ ਸਥਾਨ ਕਹਿੰਦੇ ਆ,
ਤੇ ਉਹਦੇ ਵਿੱਚ ਤੁਸੀਂ ਮੁਖੀ ਬਣਾ ਕੇ ਇਹਨੂੰ ਰੱਖਿਆ ਕਿਉਂ ਹੈ? ਭਾਵ ਕਿ ਮੁੱਖ ਪ੍ਰਚਾਰਕ ਹੈ, ਇਹ ਗੁਰੂ ਘਰ ਦਾ ਸੇਵਾਦਾਰ ਹੈ, ਇਹ ਤਾਂ ਜੀ ਗੁਰੂ ਕਾ ਵਜ਼ੀਰ ਹੈ, ਨਾਲੇ ਇਹ ਗੱਲਾਂ ਵੀ ਕਹੀ ਜਾਂਦੇ ਹੋ। ਤੇ ਜੇ ਉਹ ਘੱਟ ਜਾਣਦਾ ਉਹਨੂੰ ਤਨਖਾਹ ਘੱਟ ਦੇਣੀ ਹੈ ਤੇ ਫਿਰ ਉਹ ਰੱਖਿਆ ਕਾਹਨੂੰ ਆ ਉੱਥੇ? ਤੇ ਜੇ ਉੱਥੇ ਰੱਖਣਾ ਹੈ ਤਾਂ ਉਹਨਾਂ ਦਾ ਸਟੈਂਡਰਡ ਨਿਰਧਾਰਿਤ ਕੀਤਾ ਜਾਵੇ। ਮੁਸਲਮਾਨਾਂ ਨੇ ਆਪਣੇ ਮਸਜਿਦਾਂ ਦੇ ਵਿੱਚ 14 ਸਾਲ ਦੀ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਤਾਂ ਉੱਥੋਂ ਦੇ ਮੌਲਵੀ ਬਣਾਇਆ ਜਾਂਦਾ ਹੈ। ਤੇ ਇਸੇ ਤਰ੍ਹਾਂ ਈਸਾਈਆਂ ਦੇ ਵਿੱਚ ਪੁਰਾਣੇ ਸਮਿਆਂ 'ਚ ਜਦੋਂ ਉਹਨਾਂ ਦੇ ਗਿਰਜੇ ਚੱਲਦੇ ਸੀ ਉਦੋਂ ਬਹੁਤ ਜ਼ਿਆਦਾ ਟ੍ਰੇਨਿੰਗਾਂ ਦੇ ਕੇ ਉਹਨਾਂ ਨੂੰ ਗਿਰਜੇ ਦਾ ਮੁਖੀ ਬਣਾਇਆ ਜਾਂਦਾ ਸੀ। ਤੇ ਸਾਡੇ ਤਾਂ ਕਿਸੇ ਤਰ੍ਹਾਂ ਦਾ ਨਿਯਮ ਹੈ ਹੀ ਕੋਈ ਨਹੀਂ। ਜਿਹਨੂੰ ਕਿਤੇ ਵੀ ਹੋਰ ਨੌਕਰੀ ਵਗੈਰਾ ਨਹੀਂ ਮਿਲਦੀ, ਵਿਹਲਾ ਫਿਰਦਾ, ਉਹ ਜਾ ਕੇ ਫਿਰ 4 ਅੱਖਰ ਸਿੱਖ ਕੇ ਗੁਰਦੁਆਰੇ ਦਾ ਗ੍ਰੰਥੀ ਲੱਗ ਜਾਂਦਾ ਹੈ। ਤੇ ਫਿਰ ਜੇ ਮੰਨ ਲਓ ਕਿ ਘੱਟ ਤਨਖਾਹ ਦੇ ਕਾਰਨ ਉਹ ਮਜਬੂਰੀ ਵਸ ਹੋ ਕੇ ਕੋਈ ਚੋਰੀ ਕਰਦਾ ਪਕੜਿਆ ਗਿਆ, ਉਹਨੂੰ ਗੁਰਦੁਆਰੇ 'ਚੋਂ ਕੱਢ ਦਿੱਤਾ ਗਿਆ, ਮੰਨ ਲੈਨੇ ਜੀ ਤੁਹਾਡੀ ਗੱਲ। ਪਰ ਜਿਹੜੇ ਪ੍ਰਬੰਧਕ ਨੇ, ਜਿਹੜੇ ਪ੍ਰਧਾਨ ਨੇ, ਉਹ ਗੋਲਕ ਕਿੱਥੇ ਲੈ ਕੇ ਜਾਂਦੇ ਨੇ? ਉਹ ਸਾਰੀ ਉਹ ਹੜੱਪ ਕਰ ਜਾਂਦੇ ਨੇ ਗੋਲਕ। ਤੇ ਉਹਨਾਂ ਨੂੰ ਗੁਰਦੁਆਰੇ 'ਚੋਂ ਕੌਣ ਕੱਢੂਗਾ? ਉਹਨਾਂ ਨੂੰ ਚਾਹੀਦਾ ਸੀ ਇਹ ਸਾਰੀ ਪੰਚਾਇਤ, ਪਿੰਡ ਦੇ ਮੋਹਤਬਰ ਬੰਦੇ ਇਕੱਠੇ ਹੋ ਕੇ ਉਹਨਾਂ 'ਤੇ ਵੀ ਕੰਟਰੋਲ ਕਰਦੇ, ਹਿਸਾਬ ਪੁੱਛਦੇ ਕਿ ਭਾਈ ਮਹੀਨੇ ਦਾ ਚੜਾਵਾ ਕਿੰਨਾ ਚੜ੍ਹਿਆ, ਤੁਸੀਂ ਉਹ ਪੈਸਾ ਕਿੱਥੇ ਕਿੱਥੇ ਖਰਚਿਆ, ਤੇ ਸਾਰੇ ਮੋਹਤਬਰ ਬੰਦਿਆਂ ਦੇ ਸਾਹਮਣੇ ਗੋਲਕ ਖੋਲ੍ਹੀ ਜਾਵੇ, ਉਹ ਪੈਸਾ ਲੋਕ ਭਲਾਈ ਦੇ ਕੰਮਾਂ 'ਤੇ ਲਾਇਆ ਜਾਵੇ। ਪਰ ਇਹੋ ਜਿਹਾ ਤਾਂ ਕੁਝ ਵੀ ਨਹੀਂ ਕੀਤਾ ਜਾਂਦਾ। ਅਗਲੀ ਗੱਲ, ਇੱਕ ਪਿੰਡ ਦੇ ਵਿੱਚ ਮੈਂ 12 15 ਗੁਰਦੁਆਰੇ ਵੇਖ ਚੁੱਕਿਆ ਹੋਇਆ। ਇੱਕ ਗੁਰਦੁਆਰੇ 'ਚ ਪ੍ਰਬੰਧਕਾਂ ਦੀ ਲੜਾਈ ਹੋ ਗਈ ਆਪਸ ਦੇ ਵਿੱਚ। ਉਹ ਕਹਿੰਦਾ ਪ੍ਰਧਾਨ ਮੈਂ ਬਣਨਾ, ਦੂਜਾ ਕਹਿੰਦਾ ਤੂੰ ਕੌਣ ਹੁੰਦਾ, ਮੈਂ ਪ੍ਰਧਾਨ ਬਣਨਾ। ਤੇ ਜਿਹੜਾ ਜੇਤੂ ਹੋ ਗਿਆ ਪ੍ਰਧਾਨ, ਉਹ ਤਾਂ ਉਸੇ ਗੁਰਦੁਆਰੇ ਦਾ ਪ੍ਰਧਾਨ ਬਣਿਆ ਰਹਿ ਗਿਆ। ਜਿਹੜਾ ਹਾਰ ਗਿਆ ਉਹਨੇ ਜਾ ਕੇ ਨਵਾਂ ਗੁਰਦੁਆਰਾ ਹੋਰ ਖੋਲ੍ਹ ਲਿਆ। ਇਸੇ ਤਰ੍ਹਾਂ ਸਭਰਾ ਪਿੰਡ ਹੈ ਤਰਨਤਾਰਨ ਦੇ ਲਾਗੇ, ਉੱਥੇ ਮੈਂ ਆਪ ਘੁੰਮ ਕੇ ਫਿਰ ਕੇ ਵੇਖ ਕੇ ਆਇਆ। ਉੱਥੇ ਪਿੰਡ ਦੇ ਵਿੱਚ 11 ਗੁਰਦੁਆਰੇ ਬਣੇ ਹੋਏ ਨੇ। ਸਾਰੇ ਪਿੰਡ ਦੇ ਸਪੀਕਰਾਂ ਦੇ ਨਾਲ ਕੰਨ ਪਾੜਦੇ ਨੇ ਲੋਕ ਸਵੇਰੇ ਉਹ ਲਾ ਕੇ ਸਪੀਕਰ। ਤੋਂ ਉਹਨਾਂ ਗੁਰਦੁਆਰਿਆਂ 'ਚ ਜਿੱਥੋਂ ਸਿੱਖਿਆ ਕੋਈ ਨਹੀਂ ਮਿਲਣੀ, ਉਹ ਕਾਹਦੇ ਵਾਸਤੇ ਨੇ? ਉਹ ਪ੍ਰਧਾਨਾਂ ਦੇ, ਸਕੱਤਰਾਂ ਦੇ, ਖਜ਼ਾਨਚੀਆਂ ਦੀ ਇਨਕਮ ਦੇ ਸਾਧਨ ਨੇ। ਉਹਨਾਂ ਦੀਆਂ ਜੇਬਾਂ 'ਚ ਪੈਸੇ ਜਾਂਦੇ ਨੇ। ਇੱਥੋਂ ਤੱਕ ਜੇ ਗੁਰਦੁਆਰੇ ਦੇ ਗ੍ਰੰਥੀ ਨੇ ਰਮਾਲੇ ਵੇਚ ਦਿੱਤੇ ਤਾਂ ਉਹ ਤਾਂ ਹੋਊਗੀ ਬਹੁਤ ਮਾੜੀ ਗੱਲ। ਪਰ ਉਹ ਗੁਰਦੁਆਰੇ 'ਚ ਚੜ੍ਹੇ ਹੋਏ ਰਮਾਲੇ ਜਿਹੜੇ ਵਾਧੂ ਨੇ, ਮੈਂ ਉਹਨਾਂ ਨੂੰ ਅੱਗਾਂ ਲਾ ਕੇ ਸਾੜਦੇ ਵੀ ਦੇਖਿਆ। ਤੇ ਪ੍ਰਬੰਧਕ ਇਹ ਕਹਿੰਦੇ ਨੇ ਕਿ ਜੀ ਇਹਨਾਂ ਨੂੰ ਰੱਖਣ ਨੂੰ ਵੀ ਥਾਂ ਨਹੀਂ ਰਹੀ, ਹੋਰ ਕੀ ਕਰੀਏ ਇਹਨਾਂ ਦਾ। ਜੇ ਦੁਕਾਨਾਂ 'ਤੇ ਵਾਪਸ ਮੋੜ ਕੇ ਆਉਂਦੇ ਆ ਤਾਂ ਖੱਪ ਖਾਨਾ ਪੈਂਦਾ ਵੀ ਇਹ ਤਾਂ ਵੇਚਦੇ ਫਿਰਦੇ ਨੇ। ਫਿਰ ਹਾਰ ਕੇ ਅਸੀਂ ਇਹਨਾਂ ਦਾ ਸੰਸਕਾਰ ਇਹ ਕਰ ਦਿੰਦੇ ਆ। ਤਾਂ ਗੁਰੂ ਪਿਆਰ ਵਾਲਿਓ, ਕਦੇ ਅੱਖਾਂ ਖੋਲ੍ਹ ਕੇ ਵੇਖ ਲਓ, ਪੈਸਾ ਆਪਣਾ ਬਰਬਾਦ ਨਾ ਕਰੋ। ਗੁਰਦੁਆਰੇ ਘੱਟ ਤੋਂ ਘੱਟ ਖੋਲ੍ਹੋ ਤੇ ਉਹਨਾਂ ਗੁਰਦੁਆਰਿਆਂ 'ਚ ਚੰਗੇ ਵਿਦਵਾਨ ਪਾਠੀ ਪ੍ਰਚਾਰਕ ਰੱਖੋ ਤੇ ਉਹਨਾਂ ਦੀ ਚੰਗੀ ਗੁਜ਼ਾਰੇ ਲਾਇਕ ਤਨਖਾਹ ਦਿਓ, ਸ਼ਰਤਾਂ ਪੂਰੀਆਂ ਕਰੇ, ਫਿਰ ਉਹਦੀ ਪੂਰੀ ਤਨਖਾਹ ਹੋਵੇ, ਉਹਨੂੰ ਯੋਗ ਸਹੂਲਤਾਂ ਹੋਣ, ਤਾਂ ਕਿਤੇ ਗੁਰਦੁਆਰੇ ਤੁਹਾਡੇ ਕੁਝ ਸਮਾਂ ਵਾਸਤੇ ਚੱਲਣਗੇ। ਨਹੀਂ ਤਾਂ ਇੰਨੇ ਗੁਰਦੁਆਰੇ ਹੋ ਗਏ ਨੇ ਤੇ ਇਹਨਾਂ ਨੇ ਫੇਲ ਹੋਣੀ ਹੋਣਾ। ਲੋਕ ਅੱਕੇ ਪਏ ਨੇ ਕਿ ਕਿੱਥੇ ਕਿੱਥੇ ਮੱਥਾ ਟੇਕੀਏ, ਕਿੱਥੇ ਕਿ ਚੜ੍ਹਾਈਏ। ਹੁਣ ਤਾਂ ਹਾਲਤ ਇਹ ਹੈ, ਗੁਰਦੁਆਰੇ ਦੇ ਨਾਮ ਤੇ ਕਮੇਟੀਆਂ ਵਾਲੇ ਘਰ ਘਰ ਮੰਗਤੇ ਬਣੇ ਫਿਰਦੇ ਨੇ। ਉਹ ਕਹਿੰਦੇ ਇਹ ਨੇ ਅਸੀਂ ਤਾਂ ਉਗਰਾਹੀ ਕਰਦੇ ਹਾਂ, ਉਗਰਾਹੀ ਨਹੀਂ ਹੈ, ਇਹ ਰੂਪ ਬਦਲ ਕੇ ਭੀਖ ਮੰਗਣ ਦਾ ਇੱਕ ਢੰਗ ਹੈ। ਉਹ ਭੀਖ ਮੰਗਦੇ ਫਿਰਦੇ ਨੇ। ਬਹੁਤੇ ਬੰਦੇ ਵੇਖ ਕੇ ਅਸੀਂ ਫਿਰ ਕਹਿ ਦਿੰਦੇ ਹਾਂ ਚਲੋ ਜੀ ਫਿਰ 101 ਰੁਪਈਆ ਤਾਂ ਦੇਣਾ ਹੀ ਪਊਗਾ, 500 ਰੁਪਈਆ ਤਾਂ ਦੇਣਾ ਹੀ ਪਊਗਾ। ਜੇ ਆਪ ਗੁਰਦੁਆਰੇ ਜਾਂਦੇ ਆ ਤਾਂ 2 ਰੁਪਈਏ 5 ਰੁਪਈਏ ਗੋਲਕ 'ਚ ਪਾਉਂਦੇ ਆ। ਤੇ ਜੇ ਉਹ ਕਮੇਟੀ ਇਕੱਠੀ ਹੋ ਕੇ ਆ ਗਈ ਫਿਰ 500 ਰੁਪਈਆ 1100 ਰੁਪਈਆ ਦੇਣਾ ਪੈ ਜਾਂਦਾ। ਇਹ ਭਿਖਾਰੀ ਸਾਨੂੰ ਲੁੱਟਣ ਵਾਸਤੇ ਘਰ ਘਰ ਵੀ ਤੁਰੇ ਫਿਰਦੇ ਨੇ। ਬਚੋ ਇਹਨਾਂ ਤੋਂ, ਉਹਨਾਂ ਤੋਂ ਹਿਸਾਬ ਮੰਗੋ ਕਿ ਤੁਸੀਂ ਇਹ ਦੱਸੋ ਪਹਿਲਾਂ ਸਾਡੇ ਲੋਕਾਂ ਵਾਸਤੇ ਤੁਸੀਂ ਕੀਤਾ ਕੀ ਅੱਜ ਤੱਕ? ਤੁਸੀਂ ਕਿਹੜੇ ਸਕੂਲ ਖੋਲ੍ਹੇ ਨੇ, ਕਿਹੜੀ ਵਿੱਦਿਆ ਦਿੱਤੀ ਹੈ, ਕਿਹੜੇ ਗ੍ਰੰਥੀ ਸਿੰਘ ਨੂੰ ਤੁਸੀਂ ਰੁਜ਼ਗਾਰ ਦਿੱਤਾ ਹੈ, ਤੇ ਜਾਂ ਤੁਸੀਂ ਕਿਸੇ ਬਾਹਰ ਲਿਜਾਣ ਵਾਲੇ ਬੱਚੇ ਦੀ ਮਦਦ ਕੀਤੀ ਹੈ? ਕੋਈ ਪਰਉਪਕਾਰ ਦਾ, ਲੋਕ ਭਲਾਈ ਦਾ ਕੰਮ ਸਾਨੂੰ ਗਣਾ ਦਿਓ, ਅਸੀਂ ਤੁਹਾਡੀ ਸੇਵਾ ਕਰਾਂਗੇ, ਸਹਾਇਤਾ ਕਰਾਂਗੇ। ਪਰ ਤੁਹਾਡੇ ਢਿੱਡ ਵਧਾਉਣ ਨੂੰ ਅਸੀਂ ਪੈਸੇ ਨਹੀਂ ਦੇਣੇ। ਗੁਰੂ ਨੂੰ ਬਦਨਾਮ ਨਾ ਕਰੋ, ਗੁਰਦੁਆਰੇ ਨੂੰ ਬਦਨਾਮ ਨਾ ਕਰੋ। ਇਹ ਸੰਖਮਰਮਰ ਲਾਈ ਜਾਣਾ ਇਮਾਰਤਾਂ 'ਤੇ, ਇਹ ਸਾਡਾ ਪੈਸਾ ਬਰਬਾਦ ਨਾ ਕਰੋ। ਅਸੀਂ ਇਹਨਾਂ ਕੰਮਾਂ ਵਾਸਤੇ ਪੈਸਾ ਨਹੀਂ ਦੇਣਾ ਜੀ। ਅਸੀਂ ਦੇਣਾ, ਅਸੀਂ ਤਾਂ ਚੰਗੇ ਇਨਸਾਨ, ਚੰਗੀ ਵਿੱਦਿਆ, ਚੰਗਾ ਰੁਜ਼ਗਾਰ, ਚੰਗਾ ਵਾਤਾਵਰਣ, ਚੰਗੇ ਹਾਲਾਤ ਜੇ ਤੁਸੀਂ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਓਗੇ, ਅਸੀਂ ਤਾਂ ਸਹਾਇਤਾ ਕਰਾਂਗੇ, ਨਹੀਂ ਅਸੀਂ ਇਹ ਤੁਹਾਨੂੰ ਪੈਸਾ ਨਹੀਂ ਦੇਵਾਂਗੇ। ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ
ਸੰਕ ਮਾਰ ਕੀ ਗੱਲ ਥਮਨੇ ਕਹੀ ਆ ਵੀ ਗੁਰਦੁਆਰੇ ਦੇ ਉੱਪਰ ਨਹੀਂ ਲਾਣਾ ਚਾਹੀਦਾ, ਪਰ ਅਸੀਂ ਆਪਣੀਆਂ ਕੋਠੀਆਂ ਵੀ ਤਾਂ ਬਹੁਤ ਸੋਹਣੀਆਂ ਬਣਾਵਾਂ। ਆਪਣੀਆਂ ਕੋਠੀਆਂ ਮਾਤਾ ਜੀ ਲੋਕ ਬਹੁਤ ਵਧੀਆ ਰੰਗ ਦੇਖ ਕੇ ਡਿਜ਼ਾਈਨ ਪਵਾਵਾਂ, ਬਹੁਤ ਵਧੀਆ ਟੁਕੜੀਆਂ ਲਵਾਵਾਂ। ਫਿਰ ਜਿਹੜੀ ਗੁਰੂ ਕਾ ਘਰ ਆ ਆਪਦੇ ਘਰ ਨੂੰ ਤਾਂ ਸਵਾਰ ਲਿਆ, ਫਿਰ ਗੁਰੂ ਕਾ ਘਰ ਉਹਨੂੰ ਕਿਉਂ ਨਾ ਸਵਾਰੀਏ? ਜਿਹੜਾ ਜੀ ਗੁਰਦੁਆਰਾ ਬਣ ਗਿਆ ਬਹੁਤ ਮਹਿੰਗਾ, ਕਰੋੜਾਂ ਰੁਪਈਆ ਲਾਤਾ, ਪਰ ਉਹਦੇ 'ਚ ਗ੍ਰੰਥੀ 5000 ਵਾਲਾ, ਗ੍ਰੰਥੀ 5 ਜਮਾਤਾਂ ਪੜ੍ਹਿਆ 10 ਜਮਾਤਾਂ ਪੜ੍ਹਿਆ, ਉਹਨੂੰ ਗਿਆਨ ਕੋਈ ਨਹੀਂ ਹੈ। ਜੇ ਵੱਡੀਆਂ ਇਮਾਰਤਾਂ ਸਕੂਲਾਂ ਦੀਆਂ, ਵੱਡੀਆਂ ਇਮਾਰਤਾਂ ਕਾਲਜਾਂ ਦੀਆਂ ਬਣਾ ਲਈਏ, ਪਰ ਪ੍ਰੋਫੈਸਰ ਉੱਥੇ ਅਨਪੜ੍ਹਾਂ ਵਰਗੇ ਰੱਖ ਲਈਏ, ਟੀਚਰ ਉੱਥੇ ਅਨਪੜ੍ਹਾਂ ਵਰਗੇ ਰੱਖ ਲਈਏ, ਤੇ ਬੱਚਿਆਂ ਦਾ ਭਵਿੱਖ ਹੈ ਜਿਹੜਾ ਬਰਬਾਦ ਕਰ ਰਹੇ ਹਾਂ, ਫਿਰ ਉਹ ਵੱਡੀਆਂ ਬਿਲਡਿੰਗਾਂ ਬਣਾਉਣ ਦਾ ਕੋਈ ਫਾਇਦਾ ਨਹੀਂ। ਅਸੀਂ ਆਪਣੇ ਘਰਾਂ ਦੇ ਵਿੱਚ ਜੇ ਵਧੀਆ ਬਣਾਏ ਨੇ ਘਰ ਆਪਣੇ ਤੇ ਬਹੁਤਾ ਪੈਸਾ ਖਰਚਿਆ, ਤਾਂ ਇਹਨਾਂ ਦੇ ਵਿੱਚ ਅਸੀਂ ਰਹਿ ਰਹੇ ਹਾਂ। ਜਿਹੋ ਜੀ ਕਿਸੇ ਦੀ ਸਮਰੱਥਾ ਹੈ, ਉਹ ਆਪ ਆਪਣੇ ਨਿੱਜ ਦੇ ਨਾਲ ਉਹ ਖਰਚਾ ਕਰਕੇ ਆਪਣਾ ਮਕਾਨ ਬਣਾਉਂਦਾ ਹੈ। ਇਹ ਗੁਰਦੁਆਰੇ ਬਣਾਉਣ ਵਾਲੇ ਤਾਂ ਦਰ ਦੀ ਭੀਖ ਮੰਗ ਕੇ ਬਣਾਉਂਦੇ ਨੇ, ਨੰਬਰ 1। ਦੂਜਾ, ਜੇ ਇੰਨੀ ਮਹਿੰਗੀ ਬਿਲਡਿੰਗ ਬਣਾ ਲਈ ਹੈ, ਉਹਦੀ ਆਊਟਪੁੱਟ ਵੇਖਣੀ ਹੈ ਕਿ ਉਹਦੇ 'ਚੋਂ ਸਾਨੂੰ ਮਿਲਿਆ ਕੀ ਹੈ। ਕਰੋੜਾਂ ਅਰਬਾਂ ਰੁਪਈਆ ਜਿਹੜਾ ਸਾਡਾ ਲੱਗ ਰਿਹਾ ਹੈ, ਉਹਦੇ ਵਿੱਚੋਂ ਸਾਨੂੰ ਗਿਆਨ ਕਿਹੜਾ ਮਿਲਿਆ, ਗੁਰਬਾਣੀ ਦਾ ਚਾਨਣ ਕਿਹੜਾ ਮਿਲਿਆ, ਸਾਨੂੰ ਕਿਹੜੇ ਚੰਗੇ ਰਾਹ ਪਾਇਆ ਗਿਆ, ਤੇ ਸਾਨੂੰ ਚੰਗੇ ਇਨਸਾਨ ਬਣਨ ਵਾਸਤੇ ਕਿਹੜੀ ਸਿੱਖਿਆ ਦਿੱਤੀ ਗਈ। ਕਿੰਨੇ ਕੁ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਅੱਜ ਗੁਰਬਾਣੀ ਬਾਰੇ ਜਾਣਦੇ ਨੇ, ਗੁਰਬਾਣੀ ਦੀ ਪੰਕਤੀ ਦਾ ਹਵਾਲਾ ਦੇ ਕੇ ਕੋਈ ਗੱਲ ਕਰਦੇ ਨੇ। ਇੱਥੇ ਮੜੀਆਂ, ਇੱਥੇ ਕਬਰਾਂ, ਇੱਥੇ ਵਰਤ, ਤੀਰਥ ਇਸ਼ਨਾਨ, ਇੱਥੇ ਚਲੀਹੇ ਕੱਟਣੇ, ਉਹ ਜਿਹੜੇ ਸੜਕੋ ਸੜਕ ਦੌੜਨਾ ਜਿਹਨੂੰ ਨਗਰ ਕੀਰਤਨ ਕਹਿੰਦੇ ਨੇ, ਰੈਣ ਸਵਾਈ ਕੀਰਤਨ, ਇਹ ਕਿੰਨਾ ਕੁਛ ਅਗਿਆਨਤਾ ਵਾਲਾ ਤਾਂ ਹੋ ਰਿਹਾ ਹੈ, ਪਰ ਗਿਆਨ ਵਾਲੀ, ਅਕਲ ਵਾਲੀ ਤੇ ਗੱਲ ਕਿਤੇ ਨੇੜੇ ਤੇੜੇ ਨਹੀਂ ਲੱਭਦੀ। ਕਦੇ ਇਹ ਵੀ ਸੋਚ ਲਓ, ਬਿਲਡਿੰਗਾਂ ਤਾਂ ਬਣਾਈ ਜਾਂਦੇ ਆ, ਪਰ ਉਹਦੇ ਵਿੱਚੋਂ ਕਦੇ ਗਿਆਨ ਦਾ ਖਜ਼ਾਨਾ ਵੀ ਪ੍ਰਗਟ ਹੋਵੇਗਾ, ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜ਼ਰੂਰੀ ਹੈ, ਜਿਵੇਂ ਈਸਾਈਆਂ ਨੇ, ਮੁਸਲਮਾਨਾਂ ਨੇ ਤੇ ਜਿਹੜੇ ਅੱਗੇ ਵਧੇ ਨੇ, ਉਹਨਾਂ ਨੇ ਆਪਣੇ ਚੰਗੇ ਪ੍ਰਚਾਰਕ ਬਣਾਏ ਨੇ, ਉਹ ਦੂਜੇ ਦੇਸ਼ਾਂ 'ਚ, ਦੂਜੇ ਧਰਮਾਂ 'ਚ ਜਾ ਕੇ ਵੀ ਆਪਣੇ ਪੱਖ ਦੇ ਲੋਕ ਪੈਦਾ ਕਰ ਲੈਂਦੇ ਨੇ, ਆਪਣੇ ਧਰਮ ਦਾ ਪ੍ਰਚਾਰ ਕਰਦੇ ਨੇ। ਸਾਨੂੰ ਤਾਂ ਆਪਣੇ ਪੰਜਾਬ ਦੇ ਵਿੱਚ ਵੀ ਸਿੱਖੀ ਨਹੀਂ ਸੰਭਾਲਣੀ ਆਈ, ਇੱਥੇ ਵੀ ਵਧੀਆ ਪ੍ਰਚਾਰ ਨਹੀਂ ਕਰ ਸਕੇ, ਇੱਥੇ ਵੀ ਡਾਂਗੋ ਡਾਂਗੀ ਹੋ ਰਹੇ ਹਾਂ, ਇਲਜ਼ਾਮ ਤਰਾਸ਼ੀਆਂ ਕਰ ਰਹੇ ਹਾਂ। ਮੈਂ ਪਹਿਲਾਂ ਵੀ ਆਖਿਆ ਕਿ ਸ਼੍ਰੋਮਣੀ ਕਮੇਟੀ ਦਾ ਜਲੂਸ ਨਿਕਲ ਗਿਆ ਹੋਇਆ, ਅਕਾਲੀ ਦਲ ਦਾ ਜਲੂਸ ਨਿਕਲ ਗਿਆ ਹੋਇਆ, ਤੇ ਹੋਰ ਗੁਰਦੁਆਰਿਆਂ ਦਾ ਜਲੂਸ ਵੀ ਨਿਕਲ ਜਾਣਾ ਜੇ ਕਿਤੇ ਸਮੇਂ ਸਿਰ ਨਾ ਸੰਭਲੇ ਤਾਂ। ਥਮੇ नगर कीर्तन पर भी सवाल उठा रही हैं। ਹੁਣ ਪਹਿਲਾਂ भी थाने एक वीडियो के विच नगर कीर्तन के बारे में बोलिया था, और लोग बार बार जो ही कमेंट करा, जो ही गल्लां कहा भी थमें सीधे सीधे तौर पर ਜਿਹੜੀਆਂ गुरु साहब के गल जुड़ियां हुई मर्यादावां उन्होंने चैलेंज करूँगा थमें। तो तुसीं हुण नगर कीर्तन के बारे में भी गलत बोल रहे हैं, जो ठीक है गल थारे वास्ते? ਪਹਿਲੀ ਗੱਲ ਤਾਂ ਇਹ ਜੀ, ਗੁਰੂ ਸਾਹਿਬ ਨੇ ਨਗਰ ਕੀਰਤਨ ਕੱਢਣ ਦੀ ਕੋਈ ਪਰੰਪਰਾ ਨਹੀਂ ਤੋਰੀ, ਕੇਵਲ ਝੂਠ ਹੈ, ਇਹ ਕੁਫਰ ਤੋਲਿਆ ਜਾ ਰਿਹਾ ਹੈ। ਅਸਲ ਦੇ ਵਿੱਚ ਪੁਰਾਤਨ ਸਮਿਆਂ 'ਚ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਵਾਸਤੇ ਸਿੱਖ ਹਥਿਆਰਬੰਦ ਹੋ ਕੇ ਉਹ ਸੜਕਾਂ 'ਤੇ ਬਾਹਰ ਨਿਕਲ ਕੇ ਆਪਣੀ ਤਾਕਤ ਵਿਖਾਉਂਦੇ ਸੀ ਕਿ ਭਾਈ ਕੋਈ ਹੱਥ ਨਾ ਚੁੱਕਿਓ, ਝਗੜਾ ਨਾ ਕਰਿਓ, ਸਾਡੇ ਕੋਲੇ ਇੰਨੀ ਕੁ ਤਾਕਤ ਹੈ। ਅੱਜ ਵੀ ਪੁਲਿਸ ਵਾਲੇ ਜਦੋਂ ਕਿਤੇ ਕੋਈ ਗੜਬੜ ਹੋਣ ਦਾ ਚਾਂਸ ਹੋਵੇ ਤਾਂ ਉਹ ਸੜਕਾਂ 'ਤੇ ਹਥਿਆਰ ਲੈ ਕੇ ਉਹ ਆਪਣਾ ਇੱਕ ਰੋਡ ਮਾਰਚ ਕੱਢਦੇ ਨੇ ਤੇ ਲੋਕਾਂ ਨੂੰ ਦਿਖਾਉਂਦੇ ਨੇ ਕਿ ਸਾਡੇ ਕੋਲੇ ਇੰਨੀ ਤਾਕਤ ਹੈ, ਕਿਤੇ ਕੋਈ ਛੇੜਖਾਨੀ ਨਾ ਕਰ ਦਿਓ, ਵਧੀਕੀ ਨਾ ਕਰ ਦਿਓ। ਜੇ ਲੱਗੇ ਕਿ ਪੁਲਿਸ ਵਾਲਿਆਂ ਤੋਂ ਇਹ ਕੰਮ ਕੰਟਰੋਲ ਨਹੀਂ ਹੁੰਦਾ ਤਾਂ CRPF ਜਾਂ ਫਿਰ ਬਾਰਡਰ ਸਿਕਿਉਰਿਟੀ ਫੋਰਸ, ਹੋਰ ਜਿਹੜੀਆਂ ਫੌਜ ਦੀਆਂ ਟੁਕੜੀਆਂ ਨੇ, ਉਹਨਾਂ ਨੂੰ ਮੰਗਾ ਕੇ ਵੀ ਸੜਕਾਂ ਦੇ ਉੱਤੇ ਰੋਡ ਮਾਰਚ ਕਢਵਾਇਆ ਜਾਂਦਾ ਤਾਂ ਕਿ ਲੋਕਾਂ ਦੇ ਉੱਤੇ ਡਰ ਪਾਇਆ ਜਾਵੇ ਕਿ ਕੋਈ ਵਧੀਕੀ ਨਾ ਕਰਿਓ, ਸਾਡੇ ਕੋਲੇ ਇੰਨੀ ਤਾਕਤ ਹੈਗੀ ਹੈ। ਇਹ ਪੁਰਾਣੇ ਸਮਿਆਂ 'ਚ ਸਿੱਖ ਵੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਤੇ ਸ਼ੁਰੂ ਹੋਇਆ ਕਿ ਉਦੋਂ ਹਥਿਆਰਬੰਦ ਸ਼ਕਤੀ ਪ੍ਰਦਰਸ਼ਨ ਕਰਦੇ ਸੀ, ਤੇ ਫਿਰ ਉਸ ਤੋਂ ਬਾਅਦ ਜਦੋਂ ਅੰਗਰੇਜ਼ ਆ ਗਏ ਉਹਨਾਂ ਨੇ ਕੁਛ ਮੱਤ ਦਿੱਤੀ ਕਿ ਹਥਿਆਰਾਂ ਦੀ ਪ੍ਰਦਰਸ਼ਨੀ ਨਹੀਂ ਕਰਨੀ, ਤੁਸੀਂ ਜੇ ਕੁਝ ਮੰਗ ਰੱਖਣੀ ਹੈ, ਸੜਕਾਂ 'ਤੇ ਆਉਣਾ ਤਾਂ ਸ਼ਾਂਤਮਈ ਰਹਿਣਾ, ਤੁਹਾਡੇ ਦੁਆਲੇ ਪੁਲਿਸ ਪਹਿਰਾ ਦੇਵੇਗੀ ਤੇ ਵਧੀਕੀ ਕੋਈ ਨਹੀਂ ਕਰਨੀ। ਉਦੋਂ ਆਪਣੀਆਂ ਮੰਗਾਂ ਮਨਾਉਣ ਵਾਸਤੇ ਰੋਡ ਮਾਰਚ ਵਗੈਰਾ ਸ਼ਕਤੀ ਪ੍ਰਦਰਸ਼ਨ ਕੀਤਾ ਜਾਂਦਾ ਸੀ ਕਿ ਆਹ ਦੇਖੋ ਸਾਡੀ ਇੰਨੀ ਸਾਰੀ ਗਿਣਤੀ ਹੈ। ਪਰ ਅੱਜ ਕੀਰਤਨ ਦੇ ਬਹਾਨੇ ਸੜਕਾਂ 'ਤੇ ਤੁਰੀ ਫਿਰੀ ਜਾਣਾ, ਪਰ ਅਕਲ ਕੋਈ ਨਾ ਆਉਣੀ, ਤੇ ਸ਼ਕਤੀ ਪ੍ਰਦਰਸ਼ਨ ਇਹਦੇ 'ਚ ਹੋ ਨਹੀਂ ਰਿਹਾ। ਇਹ ਗੁਰਦੁਆਰੇ ਵਾਲਿਆਂ ਦਾ ਨਗਰ ਕੀਰਤਨ ਅਲੱਗ ਹੈ, ਉਹ ਦੂਜੇ ਵਾਲਿਆਂ ਦਾ ਅਲੱਗ ਹੈ। ਘੱਟੋ ਘੱਟ ਇੱਕ ਸ਼ਹਿਰ ਦਾ ਕੀਰਤਨ ਹੈ ਜਿਹੜਾ ਨਗਰ ਕੀਰਤਨ ਜਿਹਨੂੰ ਕਹਿੰਦੇ ਹੋ, ਤਾਂ ਇੱਕ ਤਾਂ ਕਰ ਲਿਓ ਇੱਕ ਸ਼ਹਿਰ ਦਾ, ਇੱਕ ਪਿੰਡ ਦਾ ਇੱਕ ਤਾਂ ਕਰ ਲਿਓ,
ਕਦੀ ਇੱਕ ਸ਼ਕਤੀ, ਇੱਕ ਤਾਕਤ, ਇੱਕ ਮਰਿਆਦਾ ਉਹ ਕਰਕੇ ਤਾਂ ਵਿਖਾ ਦਿਓ। ਆਪਸ ਦੇ ਵਿੱਚ ਤੁਹਾਡੀ ਮਰਿਆਦਾ ਆਹ ਹੈ ਤੇ ਸਾਡੀ ਆਹ ਹੈ, ਆਪਸ ਦੇ ਵਿੱਚ ਇੱਕ ਦੂਜੇ ਦਾ ਅਪਮਾਨ ਕਰੀ ਜਾਂਦੇ ਹੋ, ਡਾਂਗੋ ਡਾਂਗੀ ਹੋਈ ਜਾਂਦੇ ਹੋ, ਗੁਰਦੁਆਰਿਆਂ ਦੇ ਅੰਦਰ ਪ੍ਰਧਾਨਗੀਆਂ ਵਾਸਤੇ ਪੱਗਾਂ ਲਾਈ ਜਾਂਦੇ ਹੋ, ਤਲਵਾਰਾਂ ਵੀ ਚੱਲ ਜਾਂਦੀਆਂ ਨੇ ਗੁਰਦੁਆਰਿਆਂ ਦੇ ਅੰਦਰ ਹੀ। ਇਹਨਾਂ ਗੱਲਾਂ ਵੱਲ ਤਾਂ ਕਦੀ ਧਿਆਨ ਨਹੀਂ। ਮੈਂ ਫਿਰ ਬਾਰ-ਬਾਰ ਕਹਿਣਾ ਕਿ ਗੁਰਬਾਣੀ ਦਾ ਗਿਆਨ ਦਿਓ ਲੋਕਾਂ ਨੂੰ। ਸੜਕਾਂ 'ਤੇ ਦੌੜਾਂ ਲਾ ਕੇ ਕਦੇ ਅਕਲ ਨਹੀਂ ਆਉਂਦੀ ਹੁੰਦੀ। ਜੇ ਅਕਲ ਆਉਣੀ ਹੈ ਤਾਂ ਵਿੱਦਿਆ, ਅਕਲ ਇਹ ਗੁਰਬਾਣੀ ਤੋਂ ਅਤੇ ਜਿਹੜੀ ਬਾਕੀ ਦੁਨੀਆਦਾਰੀ ਦੀ ਵਿੱਦਿਆ ਹੈ ਉਹਦੇ 'ਚੋਂ ਸਾਨੂੰ ਵਿਦਵਾਨਾਂ ਦੀਆਂ ਕਿਤਾਬਾਂ ਪੜ੍ਹ ਕੇ ਅਤੇ ਆਪਣਾ ਸਿਲੇਬਸ ਪੜ੍ਹ ਕੇ ਪੈਰਾਂ 'ਤੇ ਵੀ ਖੜ੍ਹੇ ਹੋਣਾ ਹੈ ਤੇ ਗਿਆਨ ਵੀ ਹਾਸਲ ਕਰਨਾ ਹੈ, ਚੰਗੇ ਇਨਸਾਨ ਵੀ ਬਣਨਾ ਹੈ। ਪ੍ਰੋਫੈਸਰ ਸਾਹਿਬ, ਆਪਣੀ ਗੱਲ ਸ਼ੁਰੂ ਹੋਈ ਤੀ ਕਿ ਗੁਰਦੁਆਰਿਆਂ ਦੇ ਵਿੱਚ ਜਿਹੜੇ ਗਿਆਨੀ ਆ, ਭਾਈ ਜੀ ਆ, ਗ੍ਰੰਥੀ ਸਿੰਘ ਆ, कि उन्होंने गल किस तरह धक्का हुआ, उन्होंने गल किस तरह शोषण हुआ, आर्थिक शोषण भी हो रहा। और कई थोड़ा पा जोड़े ज्ञानी आ उन्होंने गल इस तरह भी शोषण हुआ भी भाई अज मेरी इस चीज़ की तू जो कि कह करा भी अनाउंसमेंट कर दे, बेनती कह दे, हाँ अनाउंसमेंट कर दे भी जे तैं ना करी मैं प्रधान जी को जाऊँगा। और ज्ञानी है जोड़ा बेचारा उन्होंने बेबस होकर अनाउंसमेंट करनी पवा, चाहे वह रहत मर्यादा के अंदर होवे, गुरु साहब की मर्यादा के चाहे बाहर होवे, उन्होंने मजबूर होकर करनी लगा। हुण उरा किन्ना क धक्का हुआ ਜਿਹੜੇ ਗ੍ਰੰਥੀ ਸਿੰਘਾਂ ਗੈਲ, ਤੁਸੀਂ ਕੀ ਕਹੋਗੇ ਇਸ ਗੱਲ? ਮੈਂ ਜੀ ਬੜੇ ਪਿੰਡਾਂ 'ਚ ਦੇਖਿਆ ਜਦੋਂ ਗੁਰਦੁਆਰੇ ਦੇ ਸਪੀਕਰ ਦੇ ਵਿੱਚ ਇੱਥੇ ਕੱਪੜਾ ਵੇਚਣ ਵਾਲਾ ਆਇਆ, ਭਾਈ ਕੱਪੜਾ ਖਰੀਦ ਲਓ, ਗੁਰਦੁਆਰੇ 'ਚ ਬੈਠਾ ਹੈ। ਮੈਂ ਗ੍ਰੰਥੀਆਂ ਸਿੰਘਾਂ ਨੂੰ ਵੀ ਜਾ ਕੇ ਪੁੱਛਣਾ ਵੀ ਤੁਸੀਂ ਇਹ ਅਨਾਉਂਸਮੈਂਟ ਇੱਥੋਂ ਕਿਉਂ ਕਰਦੇ ਹੋ? ਕਹਿੰਦੇ ਜੀ ਪਹਿਲੀ ਗੱਲ ਤਾਂ ਇਹ ਕਹਿ ਦਿੰਦੇ ਨੇ ਸ਼ਿਕਾਇਤ ਕਰਾਂਗੇ ਤੁਹਾਡੀ, ਸਾਡੀ ਗੱਲ ਨਹੀਂ ਸੁਣੀ ਗਈ। ਤੇ ਦੂਜੀ ਸਾਨੂੰ 100 ਰੁਪਈਆ 50 ਰੁਪਈਆ ਇਹ ਬੋਲਣ ਦੇ ਨਾਂ ਦਾ ਵੀ ਦੇ ਦਿੰਦੇ ਨੇ ਤੇ ਅਸੀਂ ਭੁੱਖੇ ਮਰਦੇ, ਹੋਰ ਕਰੀਏ ਤਾਂ ਕੀ ਕਰੀਏ, ਤਨਖਾਹਾਂ ਘੱਟ ਨੇ, ਗੁਜ਼ਾਰਾ ਸਾਡਾ ਹੁੰਦਾ ਨਹੀਂ ਹੈ। ਤਾਂ ਇਹਨਾਂ ਮਜਬੂਰੀਆਂ ਕਰਕੇ ਗੁਰਦੁਆਰਿਆਂ 'ਚ ਗਲਤ ਚੀਜ਼ਾਂ ਦੀਆਂ ਅਨਾਉਂਸਮੈਂਟਾਂ ਵੀ ਹੋ ਜਾਂਦੀਆਂ ਨੇ ਤੇ ਗੁਰਦੁਆਰਿਆਂ ਦੇ ਅੰਦਰ ਤਾਂ ਕਬਰਾਂ ਵੀ ਬਣੀਆਂ ਪਈਆਂ ਨੇ, ਮੜੀਆਂ ਬਣੀਆਂ ਪਈਆਂ ਨੇ। ਗੁਰਦੁਆਰਿਆਂ ਦੇ ਵਿੱਚ ਕਿੰਨੀਆਂ ਗਲਤ ਚੀਜ਼ਾਂ ਦੀ ਪੂਜਾ ਹੋ ਰਹੀ ਹੈ, ਗਲਤ ਅਰਦਾਸਾਂ ਹੋ ਰਹੀਆਂ ਨੇ, ਕਿੰਨੇ ਗਲਤ ਕਿਸਮ ਦੀਆਂ ਪਾਠਾਂ ਦੀਆਂ ਲੜੀਆਂ ਜਿਹੜੀਆਂ ਕਿ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ। ਆਹ 11 ਪਾਠ, ਆਹ 101 ਪਾਠ ਤੇ ਕਿੰਨੇ ਅਖੰਡ ਪਾਠ ਬਰਾਬਰ ਹੋਈ ਜਾਂਦੇ ਨੇ। ਇਹਨਾਂ ਚੀਜ਼ਾਂ ਨੂੰ ਵੀ ਕਦੇ ਧਿਆਨ ਦੇਣਾ ਪਵੇਗਾ ਕਿ ਇਹ ਵੀ ਗੁਰਮਤ ਤੋਂ ਸਾਰੀਆਂ ਉਲਟ ਨੇ। ਅਨਾਉਂਸਮੈਂਟਾਂ ਤਾਂ ਉਹ 150 ਰੁਪਈਏ ਵਾਸਤੇ ਗ੍ਰੰਥੀ ਕਰ ਲੈਂਦਾ, ਇਹ ਤਾਂ ਸਾਨੂੰ ਬੁਰੀਆਂ ਲੱਗਦੀਆਂ ਨੇ। ਤੇ ਹੋਰ ਕਿੰਨੇ ਗਲਤ ਕੰਮ ਗੁਰਬਾਣੀ ਤੋਂ ਉਲਟ ਅਤੇ ਸਿੱਖ ਰਹਿਤ ਮਰਿਆਦਾ ਤੋਂ ਉਲਟ ਜਿਹੜੇ ਹੋ ਰਹੇ ਨੇ, ਉਸ ਪਾਸੇ ਤਾਂ ਕੋਈ ਧਿਆਨ ਹੀ ਨਹੀਂ ਦਿੰਦਾ। ਬਸ ਸਾਡੀ ਕੇਂਦਰੀ ਜਥੇਬੰਦੀ ਜਦੋਂ ਖਤਮ ਹੋ ਗਈ ਹੈ ਉਹਨੇ ਅੱਜ ਤੱਕ ਧਿਆਨ ਹੀ ਨਹੀਂ ਦਿੱਤਾ। ਆਪੋ ਧਾਪੀ ਸਾਰੇ ਪਾਸੇ ਮਚ ਗਈ ਹੈ ਕਿ 2 ਪੈਸੇ ਮੈਂ ਕਮਾ ਲਵਾਂ, 2 ਪੈਸੇ ਮੈਂ ਕਮਾ ਲਵਾਂ, ਚਾਹੇ ਉਹ ਗ੍ਰੰਥੀ ਹੈ, ਚਾਹੇ ਉਹ ਪ੍ਰਧਾਨ ਹੈ, ਚਾਹੇ ਉਹ ਖਜ਼ਾਨਚੀ ਹੈ ਤੇ ਚਾਹੇ ਉਹ ਸਾਧ ਬਾਬਾ ਹੈ। ਹਰ ਕੋਈ ਪੈਸੇ ਕਮਾਉਣ ਤੇ ਲੱਗਿਆ। ਲੋਕਾਂ ਦਾ ਭਵਿੱਖ ਹੈ, ਲੋਕਾਂ ਦੀ ਜ਼ਿੰਦਗੀ ਹੈ, ਗੁਰਮਤ ਦੇ ਅਸੂਲ ਨੇ, ਉਹ ਸਾਰੇ ਢੱਠੇ ਖੂਹ 'ਚ ਪੈਣ, ਇਹਨਾਂ ਨੂੰ ਕੋਈ ਮਤਲਬ ਨਹੀਂ ਹੈ। ਤੁਸੀਂ ਕਿਹਾ ਕਿ ਪਾਠਾਂ ਦੀਆਂ ਲੜੀਆਂ ਚੱਲ ਰਹੀਆਂ ਜਾਂ ਪਾਠ ਹੋ ਰਹੀਆਂ, ਉਹਨਾਂ ਦੇ ਵਿੱਚ ਹੁਣ ਕੀ ਗਲਤ ਆ ਜੀ? ਪਾਠ ਇਹ ਹੋਈ ਕਰਾਂ ਗੁਰਦੁਆਰੇ, ਹੋਰ ਕੀ ਹੋਈ ਕਰਾਂ? ਤੁਸੀਂ ਕਹਿ ਰਹੇ ਵੀ ਪਾਠਾਂ ਦੀਆਂ ਲੜੀਆਂ ਚੱਲ ਰਹੀਆਂ, ਉਹਨਾਂ 'ਚ ਕੀ ਗਲਤ ਆ? ਤਾਂ ਵੀ ਅਖੰਡ ਤਾਂ ਨਾ ਹੋਵੇ ਕਿਤੇ ਨਾ ਕਿਤੇ ਵੀ। ਜੇਕਰ ਇੱਕ ਪਾਸਾ ਇੱਕ ਗਿਆਨੀ ਉੱਠ ਰਿਹਾ ਤਾਂ ਦੂਜਾ ਗਿਆਨੀ ਬਦਲਿਆ ਜਾ, ਤਾਂ ਉਸ ਗੱਲ ਖੰਡਤ ਨਾ ਹੋਵੇ ਕਿਸੇ। ਪਾਠ ਲਗਾਤਾਰ ਚੱਲਦਾ ਰਹੇ, ਇਸ ਕਰਕੇ ਉਹ ਅਲੱਗ-ਅਲੱਗ 2 ਬਰਾਬਰ ਆ ਜਿਹੜੇ ਪਾਠ ਕਰ ਰਹੇ ਆ, ਜੋ ਤਰਕ ਦਿਆ ਜਾ ਜਦ ਵੀ ਕਿਤੇ ਅਸੀਂ ਮਤਲਬ ਭਾਈ ਜੀ ਤੇ ਜਾਂ ਕੋਈ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰੀਏ ਨੇ ਚੀਜ਼ਾਂ ਬਾਰੇ। ਇਹਨਾਂ ਚੀਜ਼ਾਂ ਦੇ ਵਿੱਚ ਇਹ ਦੇਖਣਾ ਹੁੰਦਾ ਹੈ, ਜੇ ਕੋਈ ਬੰਦਾ ਇਹ ਕਹੇ ਮੈਂ ਸਵੇਰੇ ਹਰ ਰੋਜ਼ ਖੇਤ ਜਾਣਾ, ਉੱਥੇ ਮੈਂ ਹਲ ਵਾਹੁਣਾ, ਉੱਥੇ ਮੈਂ ਫਸਲ ਨੂੰ ਪਾਣੀ ਲਾਉਣਾ ਤੇ ਉੱਥੇ ਮੈਂ ਖਾਦ ਪਾਇਆ, ਮੇਰਾ ਇੰਨਾ ਖਰਚਾ ਆ ਗਿਆ, 6 ਮਹੀਨੇ ਮੈਨੂੰ ਪੂਰੇ ਹੋ ਗਏ ਤੇ ਘਰ ਦੇ 6 ਮਹੀਨੇ ਪਿੱਛੋਂ ਕਹਿਣ ਵੀ ਉੱਥੇ ਦਾਣੇ ਕਿੰਨੇ ਪੈਦਾ ਹੋਏ, ਸਾਨੂੰ ਰੋਟੀ ਖਾਣ ਨੂੰ ਦਾਣੇ ਵੀ ਲਿਆ ਦੇ ਉੱਥੋਂ। ਉਹ ਕਹਿੰਦੇ ਵੀ ਦਾਣੇ ਦੂਣੇ ਤਾਂ ਮੈਨੂੰ ਪਤਾ ਨਹੀਂ ਉੱਥੇ ਹੋਏ ਨੇ ਕਿ ਨਹੀਂ ਹੋਏ ਨੇ, ਉਹ ਤਾਂ ਮੈਂ ਕੁਛ ਨਹੀਂ ਕਰ ਸਕਦਾ। ਫਿਰ ਉਹਨੂੰ ਕਹਿੰਦੇ ਲਾਹਣਤ ਹੈ ਤੈਨੂੰ, ਫਟਕਾਰ ਹੈ ਤੈਨੂੰ, ਧੱਕੇ ਕਿਉਂ ਖਾਂਦਾ ਫਿਰਿਆ ਖੇਤਾਂ ਦੇ ਵਿੱਚ ਜੇ ਉੱਥੇ ਅੰਨ ਦਾਣਾ ਪੈਦਾ ਹੀ ਨਹੀਂ ਕਰਨਾ? ਤਾਂ ਇੰਨਾ ਖਰਚਾ ਤਾਂ ਕਰ ਦਿੱਤਾ ਪਰ ਨਿਕਲਿਆ ਕੁਛ ਵੀ ਨਹੀਂ ਹੈ। ਉਹ ਗੁਰੂ ਪਿਆਰ ਵਾਲਿਓ, ਕਦੇ ਅੱਖਾਂ ਖੋਲ੍ਹ ਕੇ ਵੇਖ ਲਓ, ਜੇ ਅਖੰਡ ਪਾਠਾਂ ਦੀ ਆਊਟਪੁੱਟ ਅੱਜ ਤੱਕ ਕੀ ਹੈ, ਕਦੀ ਦੱਸ ਤਾਂ ਦਿਓ ਸਾਨੂੰ ਨਿਕਲਿਆ ਕੀ ਹੈ। ਸਿੱਖ ਅਗਿਆਨਤਾ ਦੇ ਵਿੱਚ ਗਰਕੇ ਪਏ ਨੇ। ਜਿਹੜਾ ਬੰਦਾ ਬਗਾਨਿਆਂ ਤੋਂ ਪਾਠ ਕਰਵਾ ਰਿਹਾ ਹੈ, ਮੈਂ ਉਦਾਹਰਣ ਦੇ ਤੌਰ ਤੇ ਕਹਿ ਰਿਹਾ, ਇੱਕ ਵਿਦਿਆਰਥੀ ਨੇ ਡਾਕਟਰ ਬਣਨਾ, ਉਹ ਦੂਜੇ ਨੂੰ ਪੈਸੇ ਦੇ ਕੇ ਕਹਿੰਦਾ ਤੇ ਮੇਰੀ ਥਾਂ ਤੇ ਮੈਡੀਕਲ ਦੀ ਪੜ੍ਹਾਈ ਤੂੰ ਕਰਿਆ, ਮੇਰੀ ਥਾਂ ਤੇ ਪੈਸੇ ਲੈ ਲਈ, ਇਮਤਿਹਾਨ ਤੂੰ ਦੇ ਆ।
ਤੇ ਉਹਨੂੰ ਆਪਾਂ ਫਿਰ ਚੰਗਾ ਡਾਕਟਰ ਮੰਨਾਂਗੇ ਕਿ ਆਹ ਮੁੰਡਾ ਜਿਹੜਾ ਪੈਸੇ ਦੇ ਕੇ ਪਾਸ ਹੋਇਆ, ਪੈਸੇ ਦੇ ਕੇ ਇਹਨੇ ਪੜ੍ਹਾਈ ਕਰਵਾਈ ਹੈ ਕਿਸੇ ਹੋਰ ਤੋਂ, ਇਹ ਹੁਣ ਚੰਗਾ ਡਾਕਟਰ ਬਣ ਜਾਊਗਾ? ਉਹ ਬੰਦੇ ਬਚਾਊਗਾ ਨਹੀਂ, ਫਿਰ ਬੰਦੇ ਮਾਰੂਗਾ ਜਿਹੜਾ ਇਸ ਤਰ੍ਹਾਂ ਦੇ ਗਲਤ ਪੜ੍ਹਾਈ ਦੇ ਨਾਲ ਡਾਕਟਰ ਬਣਿਆ। ਇਸੇ ਤਰ੍ਹਾਂ ਕਿਸੇ ਵੀ ਖੇਤਰ ਦੇ ਵਿੱਚ ਜੇ ਕਿਸੇ ਹੋਰ ਤੋਂ ਪੈਸੇ ਦੇ ਕੇ ਡਿਗਰੀਆਂ ਖਰੀਦਦੇ ਆ ਤਾਂ ਉਦੋਂ ਸਾਡੀ ਬਰਬਾਦੀ ਉਹ ਹੋਣੀ ਹੈ। ਤਾਂ ਇਸੇ ਤਰ੍ਹਾਂ ਜਦੋਂ ਮੇਰੀ ਥਾਂ ਤੇ ਕੋਈ ਹੋਰ ਅਖੰਡ ਪਾਠ ਕਰ ਰਿਹਾ, ਕੋਈ ਹੋਰ ਕੀਰਤਨ ਕਰ ਰਿਹਾ, ਕੋਈ ਹੋਰ ਸਹਿਜ ਪਾਠ ਕਰ ਰਿਹਾ, ਤੇ ਉਦੋਂ ਫਿਰ ਮੈਨੂੰ ਉਹਦੇ ਚੋਂ ਕੁਝ ਨਹੀਂ ਮਿਲਣਾ। ਮੈਂ ਦੇਖਣਾ ਇਹ ਹੁੰਦਾ ਕਿ ਉਹ ਜਿਹੜਾ ਪਾਠ ਕਰ ਰਿਹਾ ਮੈਂ ਉਹਦੇ ਚੋਂ ਸਿੱਖਿਆ ਕੀ ਹੈ। ਜੇ ਗੁਰੂ ਸਾਹਿਬ ਕਹਿ ਰਹੇ ਨੇ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ, ਅਕਲੀ ਪਾਈ ਪੜ੍ਹ ਕੇ ਬੁੱਝੀ ਹੈ, ਅਕਲੀ ਕੀਜੈ ਦਾਨ, ਨਾਨਕ ਆਖੈ ਰਾਹ ਇਹ ਹੋਰ ਗੱਲਾਂ ਸ਼ੈਤਾਨ। ਅਕਲਬੰਦ ਬਣਨਾ, ਜਿਹੜੇ ਅਕਲਬੰਦ ਬਣਦੇ ਨੇ ਉਹ ਦੁਨੀਆ 'ਚ ਤਰੱਕੀਆਂ ਕਰਦੇ ਨੇ, ਅੱਗੇ ਵਧ ਜਾਂਦੇ ਨੇ, ਫਿਰ ਉਹ ਬੈਠੇ ਬਿਠਾਏ ਵੀ ਉਹ ਬੇਅੰਤ ਪੈਸਾ ਕਮਾ ਸਕਦੇ ਨੇ, ਸਮਾਜ ਦੇ ਵਿੱਚ ਸਨਮਾਨ ਹਾਸਲ ਕਰ ਸਕਦੇ ਨੇ। ਤੇ ਜਿਹੜੇ ਮਜ਼ਦੂਰ ਨੇ ਜਿਨ੍ਹਾਂ ਨੇ ਅਕਲ ਵਿਚਾਰਿਆਂ ਨੇ ਹਾਸਲ ਨਹੀਂ ਕਰ ਸਕੇ ਜਾਂ ਮੌਕੇ ਨਹੀਂ ਮਿਲੇ, ਉਹ ਸੜਕਾਂ 'ਤੇ ਸਾਰੀ ਉਮਰ ਮਿੱਟੀ ਪਾਉਂਦੇ ਨੇ, ਉਹ ਇੱਟਾਂ ਢਾਉਂਦੇ ਨੇ, ਉਹ ਮਿਹਨਤ ਤਾਂ ਬਹੁਤ ਕਰਦੇ ਨੇ ਪਰ ਮਿਹਨਤ ਦਾ ਮੁੱਲ ਨਹੀਂ ਉਹਨਾਂ ਨੂੰ ਮਿਲਦਾ ਕਿਉਂਕਿ ਉਹਨਾਂ ਕੋਲੇ ਗਿਆਨ ਦੀ ਕਮੀ ਰਹਿ ਗਈ। ਤੇ ਜਿਹੜੇ ਬੈਠੇ ਬਿਠਾਏ ਲੋਕ ਨੇ ਉਹ ਉਹਨਾਂ ਤੋਂ ਕੰਮ ਕਰਵਾ ਲੈਂਦੇ ਨੇ। ਜਿਵੇਂ ਕਹਿ ਲਈਏ ਪਸ਼ੂਆਂ ਤੋਂ ਮਨੁੱਖ ਕੰਮ ਤਾਂ ਲੈ ਲੈਂਦਾ ਕਿਉਂਕਿ ਪਸ਼ੂਆਂ ਕੋਲੇ ਅਕਲ ਨਹੀਂ ਹੁੰਦੀ। ਇਸੇ ਤਰ੍ਹਾਂ ਅਸੀਂ ਜਦੋਂ ਹੋਰ ਕਿਸੇ ਤੋਂ ਪਾਠ ਕਰਵਾ ਰਹੇ ਹਾਂ ਉਹ ਤੋਂ ਫਿਰ ਉਹ ਜਿਹੜਾ ਪਾਠ ਦਾ ਫਲ ਖਰੀਦ ਰਹੇ ਹਾਂ ਇਹ ਮੂਰਖਤਾ ਪ੍ਰਗਟ ਕਰ ਰਹੇ ਹਾਂ। ਇਸੇ ਤਰ੍ਹਾਂ ਅਸੀਂ ਕੋਈ ਫਲ ਵਗੈਰਾ ਸਾਨੂੰ ਨਹੀਂ ਮਿਲਦਾ। ਇਹ ਪੁਜਾਰੀ ਤਬਕੇ ਦਾ ਢਿੱਡ ਭਰ ਰਿਹਾ, ਇਹ ਪ੍ਰਬੰਧਕਾਂ ਦਾ ਗੁਰਦੁਆਰਿਆਂ ਦੀਆਂ ਗੋਲਕਾਂ ਭਰ ਰਹੀਆਂ ਨੇ, ਪ੍ਰਬੰਧਕਾਂ ਦੇ ਪੇਟ ਭਰ ਰਹੇ ਨੇ ਤੇ ਆਮ ਲੋਕਾਂ ਨੂੰ ਗਿਆਨ ਗੁਰਬਾਣੀ ਦਾ ਨਹੀਂ ਮਿਲ ਰਿਹਾ। ਚੰਗੇ ਇਨਸਾਨ ਬਣਨ ਤੇ ਕੋਈ ਸਿੱਖਿਆ ਉਹਨਾਂ ਨੂੰ ਨਹੀਂ ਮਿਲ ਰਹੀ। ਆਪ ਗੁਰਬਾਣੀ ਪੜ੍ਹਨੀ ਹੈ, ਆਪ ਕੰਮ ਕਰਨਾ ਜੋ ਗੁਰਬਾਣੀ ਕਹਿੰਦੀ ਹੈ। ਜੇ ਗੁਰਬਾਣੀ ਕਹਿੰਦੀ ਆ ਨਸ਼ੇ ਨਹੀਂ ਕਰਨਾ ਤਾਂ ਨਸ਼ੇ ਨਹੀਂ ਕਰਨੇ। ਜੇ ਗੁਰਬਾਣੀ ਕਹਿੰਦੀ ਆ ਜਾਤ ਪਾਤ ਨਹੀਂ ਮੰਨਣੀ ਤਾਂ ਅਸੀਂ ਜਾਤ ਪਾਤ ਨੂੰ ਛੱਡ ਦੇਣਾ। ਜੇ ਗੁਰਬਾਣੀ ਕਹਿੰਦੀ ਆ ਅਸੀਂ ਸਾਰੇ ਭੈਣ ਭਰਾਵਾਂ ਔਰਤਾਂ ਬਰਾਬਰ ਨੇ ਤਾਂ ਉਦੋਂ ਔਰਤਾਂ ਨੂੰ ਬਰਾਬਰ ਦਾ ਸਤਿਕਾਰ ਦੇਣਾ। ਇਹ ਜਿਹੜੇ ਪ੍ਰੈਕਟੀਕਲ ਕੰਮ ਨੇ ਉਹ ਅਸੀਂ ਆਪਣੀ ਜ਼ਿੰਦਗੀ 'ਚ ਲਾਗੂ ਕਰਨੇ ਨੇ। ਸਾਡਾ ਫਾਇਦਾ ਤਾਂ ਹੋਣਾ। ਐਵੇਂ ਬਗਾਨੇ ਪਾਠ ਕਰਦਿਆਂ ਨੂੰ ਸੈਂਕੜੇ ਸਾਲ ਹੋ ਗਏ, ਲੋਕਾਂ ਤੋਂ ਪਾਠ ਕਰਾਉਂਦਿਆਂ ਨੂੰ, ਉਹਦੇ ਵਿੱਚ ਰਿਜ਼ਲਟ ਦੇਖੋ ਆਪਣਾ ਕੀ ਨਿਕਲਿਆ। ਕੋਈ ਵੀ ਰਿਜ਼ਲਟ ਚੰਗਾ ਨਹੀਂ ਨਿਕਲਿਆ, ਸਾਡੀ ਤਰੱਕੀ ਨਹੀਂ ਹੋਈ। ਤਾਂ ਪ੍ਰੋਫੈਸਰ ਸਾਹਿਬ ਦਾ ਸਿੱਧੇ ਤੌਰ 'ਤੇ ਕਹਿਣਾ ਕਿ ਜੇਕਰ ਭੁੱਖ ਮੈਨੂੰ ਲੱਗੀ ਆ ਤਾਂ ਰੋਟੀ ਮੈਨੂੰ ਹੀ ਖਾਣੀ ਪਵੇਗੀ। ਜੇ ਮੈਂ ਕਿਸੇ ਹੋਰ ਬੰਦੇ ਨੂੰ ਕਹਿ ਦਿਆਂ ਵੀ ਤੂੰ ਰੋਟੀ ਖਾ ਲਾ ਚੱਲ ਭੁੱਖ ਮੇਰੀ ਮਿਟ ਜੇਗੀ, ਉਹ ਨਹੀਂ ਮਿਟਦੀ। ਤਾਂ ਜੇਕਰ ਪਾਠ ਕਰਕਾ ਕਿਸੇ ਹੋਰ ਨੂੰ ਕਹਿ ਦੇ ਵੀ ਤੂੰ ਪਾਠ ਕਰ ਦੇ ਔਰ ਮੈਂ ਤੈਨੂੰ ਪੈਸੇ ਦੇ ਦਿਆਂ, ਉਹੀ ਕੰਮ ਹਮੇ ਅੱਜ ਕੱਲ੍ਹ ਕਰ ਰਹੇ ਹਾਂ। ਗ੍ਰੰਥੀ ਸਿੰਘ ਆ ਜਿਹੜੇ ਉਹਨਾਂ ਦੇ ਪਾਠ ਕਰਾ ਦਈਏ ਆ, ਸੁਣਦੇ ਹੈ ਨਹੀਂ। ਕਈ ਵਾਰੀ ਘਰ ਕੇ ਵਿੱਚ ਗ੍ਰੰਥੀ ਸਿੰਘ ਆ ਵਿਚਾਰਾ ਸਾਰਾ ਦਿਨ ਪਾਠ ਕਰੀ ਆ, ਉਸ ਤੋਂ ਬਾਅਦ ਅਸੀਂ ਕੀ ਕਰੀਏ ਆ ਪਰਦਾ ਲਾ ਦਈਏ ਉਸ ਕਮਰੇ ਕੇ ਅੱਗਾ ਵੀ ਹਾਂ ਅੰਦਰ ਵੀ ਕੋਈ ਜਾਵੇ ਨਾ, ਕਿ ਬਾਹਰ ਕੋਈ ਨੰਗੇ ਸਿਰ ਬੇਸ਼ੱਕ ਫਿਰੀ ਜਾਵੇ ਬਿਮਾਰ ਤੇ ਕਿਤੇ ਨੰਗੇ ਸਿਰ ਜਿਹੜਾ ਕਿ ਅਪਮਾਨ ਨਾ ਹੋ ਜੇ। ਪਰ ਗ੍ਰੰਥੀ ਸਿੰਘ ਕੱਲਾ ਕਮਰੇ ਦੇ ਵਿੱਚ ਪਾਠ ਕਰ ਰਿਹਾ, ਉਸका ਫਾਇਦਾ ਕੀ ਆ? ਘਰ ਕੇ ਵਿੱਚ ਬੈਠਾ ਕੱਲਾ ਗ੍ਰੰਥੀ ਸਿੰਘ ਪਾਠ ਪੜ੍ਹਦਾ, ਉਹਦੇ ਬਾਅਦ ਮਾਰੇ ਦਿਮਾਗ ਕੇ ਆ ਪਿੰਡ ਵਾਲੇ ਲੋਕ ਕੀ ਕਰਾਂ। ਕਈ ਵਾਰੀ ਜਿਹੜੀ ਮੰਜੀ ਸਾਹਿਬ ਰੱਖੀ हुआ उसकी ਲੱਤ ਕੇ ਗੈਲ ਉਹਕੇ ਪਾਵੇ ਕੇ ਗੈਲ ਧਾਗੇ ਬਣਦੀ ਹੈ ਵੀ ਇਸ ਜਿਹੜਾ ਧਾਗਾ ਇਸਕੇ ਵਿੱਚ ਸਾਰਾ ਪਾਠ ਆ ਗਿਆ ਜਾਂ ਫਿਰ ਕੁੰਭ ਕਾ ਜਲ ਕਹਿ ਦਈਏ ਪਵਿੱਤਰ ਹੋ ਗਿਆ। ਉਹ ਤਾਂ ਪਵਿੱਤਰ ਤਾਂ ਹੋਏਗਾ ਜੇ ਥਮੇ ਕੁਝ ਪੜੋਗੇ ਸੁਣੋਗੇ। ਗੁਰਬਾਣੀ ਦਾ ਪੜ੍ਹਿਆ ਗ੍ਰੰਥੀ ਸਿੰਘ ਨੇ, ਸਿੱਖਿਆ ਤਾਂ ਉਸਨੇ ਲਈ ਆ। ਤੁਸੀਂ ਕਹੋ ਗਿਆਨ ਮਾਨੂੰ ਆ ਜੀ ਕਿਸ ਤਰ੍ਹਾਂ ਆਵੇਗਾ? ਜੋ ਹੀ ਬਾਤ ਪ੍ਰੋਫੈਸਰ ਸਾਹਿਬ ਨੇ ਸਮਝਾਉਣ ਦੀ ਕੋਸ਼ਿਸ਼ ਕਰੀ ਆ। ਔਰ ਜਿਹੜੇ ਗਿਆਨੀ ਆ ਜਿਹੜੇ ਗੁਰਦੁਆਰਾ ਸਾਹਿਬ ਕੇ ਗ੍ਰੰਥੀ ਸਿੰਘ ਆ ਉਹਨਾਂ की तनख्वाहां ਜਿਹੜੀਆਂ ਉਹ ਜ਼ਰੂਰ ਕਿਤੇ ਨਾ ਕਿਤੇ ਵਧਾਉਣੀਆਂ ਚਾਹੀਦੀਆਂ ਤਾਂ ਕਿ ਉਹ ਮਜਬੂਰੀ ਬਸ ਹੋਕਾ ਕਿਸੇ ਵੀ ਤਰ੍ਹਾਂ ਦੀ ਚੋਰੀ ਆ ਜਿਹੜੀ ਜਾਂ ਫਿਰ ਕੋਈ ਕਿਸੇ ਵੀ ਤਰ੍ਹਾਂ ਕੇ ਗਲਤ ਢੰਗ ਨਾ ਅਪਣਾਵੇਂ ਪੈਸਾ ਕਮਾਉਣ ਕੇ। ਜਿਸ ਕਰਕੇ ਜਿਹੜੇ ਕਹਿ ਲਈਏ ਕਿ ਗ੍ਰੰਥੀ ਸਿੰਘਾਂ ਦਾ ਕਰੈਕਟਰ ਆ, ਗ੍ਰੰਥੀ ਸਿੰਘਾਂ ਨੂੰ ਇੱਕ ਪਾਸਾ ਗੁਰੂ का ਵਜ਼ੀਰ ਕਿਹਾ ਜਾਹਾ, ਉਹਨਾਂ के ਕਰੈਕਟਰ ਪਾ ਇਲਜ਼ਾਮ ਨਾ ਲੱਗੇ। सो बाकी थारे अपने के विचार इन्होंने विचारों के बारे में प्रोफैसर साहब के विचार किन्ने के चंगे लगे या फिर हमारे विचार जोड़े इन्हों के बारे में थारी के रहे आ किन्ने क माड़े थानू लगे या फिर चंगे लगे? क्योंकि कईयां नू जिहड़े वो विचार चुभण वाले भी हैं, क्योंकि सच आ जिहड़ा हमेशा कच्च और सच चुभेगा भी कईयां नू। अपनी राय पर तुसीं जरूर दे सको खुला सारिਆਂ ਨੂੰ अपने विचार रखण की। कमेंट बॉक्स के विच अपनी राय दिओ। जुड़े रहो पुआध वैब टीवी के गैल। सत श्री अकाल। सत श्री अकाल जी।